ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਨਵੰਬਰ ਦਾ ਸਿੱਖ ਨੇਸ਼ਨ ਬਲੱਡ ਡੋਨੇਸ਼ਨ ਮਹੀਨੇ ਦੇ ਵਜੋਂ ਹੋਇਆ ਐਲਾਨ। BC MLA ਰਵੀ ਕਾਲੋ ਦੇ ਨਾਲ ਇਸ ਸੰਬੰਧੀ ਹੋਈ ਗੱਲਬਾਤ। ਕੈਨੇਡਾ 'ਚ ਦਾਖਲ ਹੋਣ ਤੇ PCR ਟੈਸਟ ਕਰਾਉਣ ਵਾਲਿਆਂ ਨੂੰ PCR ਟੈਸਟ ਤੋਂ ਰਾਹਤ ਮਿਲਣ ਦੇ ਆਸਾਰ। ਡਾਕਟਰ ਥੈਰੇਸਾ ਟੈਮ ਨੇ ਕਿਹਾ ਕਿ ਥੋੜਾ ਜਿਹਾ ਕਰਨਾ ਪਵੇਗਾ ਇੰਤਜ਼ਾਰ। ਨਵੀਂ ਫਾਈਜ਼ਰ COVID-19 ਗੋਲੀ ਘਟਾ ਸਕਦੀ ਹੈ। ਹਸਪਤਾਲ ਦੇ ਗੇੜੇ ਅਧਿਐਨ ਦੇ ਵਿੱਚ 90% ਘਟਿਆ ਮੌਤ ਦਾ ਜੋਖਮ। ਖਬਰਾਂ ਵਿਸਥਾਰ ਦੇ ਨਾਲ। ਡੈਲਟਾ ਨਾਰਥ ਦੇ MLA ਤੇ ਨੌਕਰੀਆਂ ਆਰਥਿਕ ਬਹਾਲੀ ਤੇ ਨਵੀਨਕਾਰੀ ਮੰਤਰੀ ਰਵੀ ਕਾਲੋ ਨੇ ਨਵੰਬਰ ਨੂੰ ਸਿੱਖ ਰਾਸ਼ਟਰ ਖੂਨਦਾਨ ਮਹੀਨਾ ਐਲਾਨਿਆ ਹੈ। ਨਵੰਬਰ ਦੇ ਵਿੱਚ ਸਿੱਖ ਰਾਸ਼ਟਰ ਨੇ ਸਰੀ ਦੇ ਵਿੱਚ ਆਪਣੀ ਪਹਿਲੀ ਖੂਨਦਾਨ ਮੁਹਿੰਮ ਦਾ ਆਯੋਜਨ ਕੀਤਾ ਸੀ ਤੇ ਅੱਜ ਨਵੰਬਰ 2021 ਦੇ ਵਿੱਚ ਇਸ ਫੈਸਲੇ ਤੇ ਮੋਹਰ ਲੱਗੀ ਹੈ, ਜਿਸ ਦੇ ਨਾਲ ਕਮਿਊਨਿਟੀ ਤੇ ਹੋਰ ਲੋਕਾਂ ਨੂੰ ਇਸ ਖੂਨਦਾਨ ਮਹਾਦਾਨ ਦੀ ਮਹੱਤਤਾ ਬਾਰੇ ਪਤਾ ਲੱਗਿਆ ਹੈ। ਇਸ ਸੰਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਲਈ ਗੱਲਬਾਤ ਕੀਤੀ ਡੈਲਟਾ ਨਾਰਥ ਤੋਂ MLA ਰਵੀ ਕਾਲੋ ਦੇ ਨਾਲ। ਸੋ ਰਵੀ ਕਾਲੋ ਜੀ ਸਾਡੇ ਨਾਲ ਇਸ ਮੁੱਦੇ ਸੰਬੰਧੀ ਜੁੜੇ ਹੋਏ ਨੇ। ਰਵੀ ਕਾਲੋ ਜੀ, ਇਹ ਬਹੁਤ ਹੀ ਚੰਗੀ ਗੱਲ ਹੈ ਕਿ ਕਮਿਊਨਿਟੀ ਦੇ ਲਈ ਜਿਹੜੀ ਹੈ ਜੱਦੋ ਜਹਿਦ ਕੀਤੀ ਜਾ ਰਹੀ ਸੀਗੀ ਔਰ ਨਵੰਬਰ ਦਾ ਮਹੀਨਾ ਆਖਿਰਕਾਰ ਜਿਹੜਾ ਸਿੱਖ ਨੇਸ਼ਨ ਬਲੱਡ ਡੋਨੇਸ਼ਨ ਦੇ ਨਾਮ ਕਰ ਦਿੱਤਾ ਗਿਆ। ਕੀ ਕਹਿਣਾ ਚਾਹੋਗੇ ਸਾਰਿਆਂ ਦੇ ਲਈ? Well, बहुत ही प्राउड मोमेंट सी BC legislature ਵਿੱਚ ਜਦੋਂ ਅਸੀਂ ਇਹ ਪ੍ਰੋਕਲੇਮੇਸ਼ਨ ਮੇਕ ਕੀਤੀ ਆ। ਇਹ ਪ੍ਰਾਊਡ ਮੋਮੈਂਟ ਆ ਨਾਟ ਓਨਲੀ ਫॉर ਪੀਪਲ ਜਿਹੜੇ BC ਚ ਰਹਿੰਦੇ ਆ, ਪਰ ਜਿਹੜੇ ਸਾਡੇ ਕਮਿਊਨਿਟੀ ਮੈਂਬਰਸ ਆ ਜਿਹੜੇ ਸਾਰੇ ਵਰਲਡ ਵਿੱਚ ਵਾਚ ਕਰ ਰਹੇ ਆ ਵੀ ਸਾਡੀ ਕਮਿਊਨਿਟੀ ਇੰਨਾ ਪੋਜ਼ਿਟਿਵ ਇੰਪੈਕਟ ਮੇਕ ਕਰ ਰਹੇ ਆ, ਲਾਈਵ ਸੇਵ ਕਰ ਰਹੇ ਆ ਹੀਅਰ ਇਨ ਕੈਨੇਡਾ। ਜੀ ਰਵੀ ਜੀ, ਇਦਾਂ ਦੇ ਜਿਹੜੇ ਕੰਮ ਹੁੰਦੇ ਆ ਇਹ ਗੁੱਡ ਕਾਜ਼ ਲਈ ਹੁੰਦੇ ਨੇ। ਕਹਿੰਦੇ ਨੇ ਖੂਨਦਾਨ ਮਹਾਦਾਨ। ਸੋ ਜਿਹੜੇ ਲੋਕ ਕਿਸੇ ਵੀ ਵਜ੍ਹਾ ਕਰਕੇ ਜ਼ਿਆਦਾ ਅੱਗੇ ਨਹੀਂ ਆ ਪਾਉਂਦੇ ਉਹਨਾਂ ਲਈ ਤੁਸੀਂ ਕੀ ਮੈਸੇਜ ਕਨਵੇ ਕਰਨਾ ਚਾਹੋਗੇ? Well, particularly last year, historic level, low level blood donation ਹੋਏ ਸੀ ਤੇ ਜਦੋਂ ਵੀ ਤੁਸੀਂ ਇਹ ਜਿਹੜੀ act of kindness ਆ ਜਿਹੜਾ blood donation ਕਰਦੇ ਹੋ, ਤੁਸੀਂ ਇੱਕ ਨਹੀਂ ਲਾਈਫ ਸੇਵ ਕਰਦੇ, ਤੁਸੀਂ 2-3 ਲਾਈਫ ਸੇਵ ਕਰਦੇ ਹੋ। ਬਿਕਾਜ਼ ਜਦੋਂ ਕੋਈ ਹਸਪੀਟਲ ਜਾਂਦਾ ਤੇ ਉਹਨਾਂ ਨੂੰ ਖੂਨ ਦੀ ਲੋੜ ਪੈਂਦੀ ਆ, ਉਹ ਬਹੁਤ ਹੀ ਡੇਂਜਰਸ ਟਾਈਮ ਆ ਤੇ ਜਿਹੜਾ ਅਸੀਂ ਕੰਟਰੀਬਿਊਸ਼ਨ ਕਰਦੇ ਹਾਂ ਬਾਈ ਬਲੱਡ ਡੋਨੇਸ਼ਨ, ਅਸੀਂ ਉਹ ਲਾਈਫ ਸੇਵ ਕਰਦੇ ਹਾਂ ਕਿਸੇ ਦੀ, ਪਰ ਉਹ ਫੈਮਿਲੀ ਦੀ ਲਾਈਫ ਵੀ ਇੰਪੈਕਟ ਕਰਦੇ ਹਾਂ। ਸੋ ਇਹ ਬਹੁਤ ਹੀ ਇੰਪੋਰਟੈਂਟ ਕਾਜ਼ ਹੈ। ਜੇ ਤੁਸੀਂ ਡੋਨੇਟ ਕਰ ਸਕਦੇ ਹੋ, ਪਲੀਜ਼ ਡੋਨੇਸ਼ਨ ਕਰੋ। ਜੀ ਰਵੀ ਜੀ, ਤੁਸੀਂ ਖੁਦ ਇੱਕ ਡੋਨਰ ਰਹੇ ਹੋ। ਇੱਦਾਂ ਦੇ ਕੰਮਾਂ ਲਈ ਵੱਧ ਚੜ੍ਹ ਕੇ ਤੁਸੀਂ ਹਮੇਸ਼ਾ ਹਿੱਸਾ ਲੈਂਦੇ ਆਏ ਹੋ ਔਰ ਜਿੰਨਾ ਹੋ ਸਕੇ ਕਮਿਊਨਿਟੀ ਲਈ ਵੀ ਬਹੁਤ ਕੁਝ ਕਰਦੇ ਰਹਿੰਦੇ ਹੋ। ਇਸ ਵੇਲੇ ਰਵੀ ਜੀ ਇੱਕ ਗੁੱਡ ਕਾਜ਼ ਹੈ। ਇਸ ਗੁੱਡ ਕਾਜ਼ ਲਈ ਅਸੀਂ ਸਾਰੇ ਬਹੁਤ ਜ਼ਿਆਦਾ ਹੱਥ ਪੈਰ ਮਾਰਦੇ ਰਹਿੰਦੇ ਹਾਂ ਕਿ ਲੋਕਾਂ ਦੇ ਅੰਦਰ ਜਿਹੜੀ ਹੈ ਲੋਕਾਂ ਦਾ ਥਾਟ ਪ੍ਰੋਸੈਸ ਚੇਂਜ ਹੋਏ। ਔਰ ਇੱਕ ਖੂਨਦਾਨ ਦੇ ਨਾਲ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਜਿਹੜੀਆਂ ਅਸੀਂ ਬਚਾ ਸਕਦੇ ਹਾਂ। ਜਦੋਂ ਇੱਕ ਡੋਨੇਟਰ ਕੋਈ ਵੀ ਚੀਜ਼ ਲਈ ਡੋਨੇਟ ਕਰਨਾ ਨਾ ਚਾਹੁੰਦਾ, ਚਾਹੇ ਅਸੀਂ ਬਲੱਡ ਡੋਨੇਸ਼ਨ ਦੀ ਇੱਥੇ ਗੱਲ ਕਰ ਰਹੇ ਹਾਂ, ਤਾਂ ਉਹਦੇ ਅੰਦਰ ਕੀ ਕੁਝ ਚੱਲ ਰਿਹਾ ਹੁੰਦਾ। ਆਈ ਥਿੰਕ ਐਜ਼ ਅ ਡੋਨੇਟਰ ਤੁਸੀਂ ਇਸ ਚੀਜ਼ ਨੂੰ ਚੰਗੇ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹੋ। Well, some people ਡਰਦੇ ਆ ਕਿਤੇ ਵੀ ਬਲੱਡ ਡੋਨੇਸ਼ਨ ਨਾਲ ਕੁਝ ਆਪਣੇ ਜਿਹੜਾ ਡੋਨਰ ਆ ਉਹਨੂੰ ਕੁਝ ਹੋ ਜਾਊਗਾ, ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਕੁਝ ਨਹੀਂ ਹੁੰਦਾ, ਵੀ ਇਹ ਬਹੁਤ ਹੀ ਸੇਫ ਪ੍ਰੋਸੈਸ ਆ। ਇਨਫੈਕਟ ਜੇ ਤੁਹਾਡਾ ਕੋਈ ਲਵਡ ਵਨ ਆ ਜਦੋਂ ਉਹ ਹਸਪਤਾਲ ਜਾਂਦੇ ਆ ਤੇ ਉਹਨਾਂ ਨੂੰ ਲੋੜ ਪਈ, ਫਿਰ ਤੁਹਾਨੂੰ ਪਤਾ ਲੱਗਦਾ ਵੀ ਇਹ ਜਿਹੜਾ ਪ੍ਰੋਸੈਸ ਕਿਉਂ ਇੰਪੋਰਟੈਂਟ ਆ। ਤੇ ਮੈਂ ਸਾਰੇ ਕਮਿਊਨਿਟੀ ਨੂੰ ਬੇਨਤੀ ਕਰਦਾ ਵੀ ਆਈਦਰ ਜੇ ਕੈਂਪੇਨ ਨੂੰ ਸਪੋਰਟ ਕਰੋ, ਪਰ ਆਲਸੋ ਜੇ ਤੁਹਾਡਾ ਡਿਫਰੈਂਟ ਟਾਈਮ ਵਿੱਚ ਤੁਸੀਂ ਡੋਨੇਟ ਕਰ ਸਕਦੇ ਹੋ, ਕਰੋ। ਮੈਂ ਇਹ ਕੈਂਪੇਨ ਤੋਂ ਸ਼ੁਰੂ ਕੀਤਾ ਸੀ ਬਲੱਡ ਡੋਨੇਸ਼ਨ ਕਰਨਾ, ਪਰ ਹੁਣ ਮੈਂ 3 times a year ਬਲੱਡ ਡੋਨੇਟ ਕਰਦਾ। ਇਹ ਕੈਂਪੇਨ ਨੇ ਮੈਨੂੰ ਟੀਚ ਕੀਤਾ ਵੀ ਇਹ ਕਿਉਂ ਇੰਪੋਰਟੈਂਟ ਆ ਸਾਡੀ ਸੋਸਾਇਟੀ ਲਈ ਤੇ ਕਿੰਨੇ ਲਾਈਵਸ ਸੇਵ ਹੋ ਜਾਂਦੇ ਆ ਜਦੋਂ ਇੱਕ ਪਰਸਨ ਡੋਨੇਟ ਕਰਦਾ। ਜੀ ਨਵੰਬਰ 1999 ਦਾ ਸਮਾਂ ਤੇ ਅੱਜ ਹੈ 2021 ਦਾ ਜਿਹੜਾ ਸਮਾਂ ਹੈ ਔਰ ਅੱਜ ਜਾ ਕੇ ਜਿਹੜਾ ਇਹ ਨਵੰਬਰ ਦਾ ਮਹੀਨਾ ਜਿਹੜਾ ਸਿੱਖ ਨੇਸ਼ਨ ਬਲੱਡ ਡੋਨੇਸ਼ਨ ਦੇ ਨਾਮ ਜਿਹੜਾ ਉਹ ਕਰ ਦਿੱਤਾ ਗਿਆ। ਅਸੀਂ ਤਮਾਮ ਕਮਿਊਨਿਟੀਜ਼ ਨਾਲ ਇਸ ਸੰਬੰਧੀ ਗੱਲਬਾਤ ਵੀ ਕੀਤੀ ਹੈ, ਸਾਰੇ ਬਹੁਤ ਖੁਸ਼ ਨੇ ਤੇ ਜਿਨ੍ਹਾਂ ਲੋਕਾਂ ਨੂੰ ਸ਼ਾਇਦ ਇਸ ਦਾ ਮਹੱਤਵ ਇੰਨੀ ਡੀਪਲੀ ਨਹੀਂ ਪਤਾ ਸੀਗਾ, ਉਹਨਾਂ ਨੂੰ ਹੁਣ ਪਤਾ ਲੱਗ ਗਿਆ ਹੋਇਆ ਕਿ ਨਵੰਬਰ ਦਾ ਮਹੀਨਾ ਜੇ ਐਲਾਨਿਆ ਗਿਆ ਤਾਂ ਇਹ ਇੱਕ ਬਹੁਤ ਵੱਡੀ ਗੱਲ ਹੈ। ਨੋ ਡਾਊਟ ਦਾਨ ਕਰਨਾ ਕਿਸੇ ਵੀ ਤਰ੍ਹਾਂ ਦਾ ਹੁੰਦਾ ਉਹ ਬਹੁਤ ਹੀ ਚੰਗੀ ਗੱਲ ਹੁੰਦੀ ਹੈ। ਰਵੀ ਜੀ, ਇਸ ਸੰਬੰਧੀ ਕੀ ਕਹਿਣਾ ਚਾਹੋਗੇ? ਤਮਾਮ ਜਿਹੜੇ ਨੇ ਮਹੀਨੇ ਜਿਹੜੇ ਨੇ ਇੱਥੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਨਾਲ ਰਿਲੇਟਡ ਨੇ, ਸਿੱਖੀ ਨਾਲ ਰਿਲੇਟਡ ਹੈਗੇ ਨੇ, ਪੰਜਾਬੀਆਂ ਨਾਲ ਰਿਲੇਟਡ ਨੇ, ਉਹ ਐਲਾਨੇ ਗਏ ਨੇ। ਅਜਿਹੇ ਦੇ ਵਿੱਚ ਇਸ ਮਹੀਨੇ ਦਾ ਵੀ ਸ਼ਾਮਿਲ ਹੋ ਜਾਣਾ ਆਪਣੇ ਆਪ ਦੇ ਇੱਕ ਬਹੁਤ ਵੱਡੀ ਗੱਲ ਕਹੀ ਜਾ ਰਹੀ ਹੈ, ਜਿਸ ਦੇ ਵਿੱਚ BC ਸਰਕਾਰ ਦਾ ਵੀ ਬਹੁਤ ਅਹਿਮ ਰੋਲ ਮੰਨਿਆ ਜਾ ਰਿਹਾ ਹੈ। ਤੁਹਾਡਾ ਆਪਣਾ ਰੋਲ ਵੀ ਇਸ ਦੇ ਵਿੱਚ ਸਾਨੂੰ ਸਮਝਾਓ ਤੇ BC ਸਰਕਾਰ ਨੇ ਕਿੰਨਾ ਕੁ ਹੰਭਲਾ ਮਾਰਿਆ ਇਸ ਜਿਹੜੇ ਪੂਰੇ ਕਾਜ਼ ਨੂੰ ਹੈ ਜਿਹੜਾ ਨੇਪਰੇ ਚਾੜਨ ਦੇ ਲਈ। Well, ਦੇਖੋ, most people ਸਾਡੀ ਕਮਿਊਨਿਟੀ ਵਿੱਚ ਸਾਰੇ ਜਾਣਦੇ ਆ ਹਿਸਟਰੀ,
ਬਟ ਜਦੋਂ ਇਹ ਰੈਕਗਨੀਸ਼ਨ BC ਲੈਜਿਸਲੇਚਰ ਹੋਈ ਆ ਤੇ ਜਦੋਂ ਬਾਕੀ ਜਿਹੜੇ ਗੋਰਿਆਂ ਦੇ ਮੀਡੀਆ ਉਹ ਕਵਰ ਕਰਦੇ ਆ, ਫਿਰ ਜਿਹੜੇ ਆਮ ਲੋਕੀ ਆ ਉਹ ਉਹਨਾਂ ਦੇ ਦਿਮਾਗ 'ਚ ਦੋ ਗੱਲਾਂ ਹੁੰਦੀਆਂ। ਇੱਕ, ਮੋਸਟ ਪੀਪਲ ਕਹਿੰਦੇ ਵੀ ਮੈਨੂੰ ਪਤਾ ਵੀ ਨਹੀਂ ਸੀ ਵੀ ਇਹ ਹਿਸਟਰੀ ਵਿੱਚ ਹੋਇਆ। ਸੋ ਇਹ ਇੱਕ ਗੱਲ ਵੀ ਰੈਕਗਨੀਸ਼ਨ ਹੋ ਜਾਂਦੀ ਲੋਕਾਂ ਦੇ ਮਾਈਂਡ ਵਿੱਚ ਵੀ ਹੋ ਮੈਨੂੰ ਪਤਾ ਨਹੀਂ ਸੀ ਹੋਇਆ ਤੇ ਉਹ ਰਿਸਰਚ ਕਰਦੇ ਆ। ਬਟ ਸੈਕੰਡ, ਬੈਡ ਨਿਊਜ਼ ਬਹੁਤ ਫਾਸਟ ਸਪਰੈਡ ਹੁੰਦੀ ਹੈ, ਗੁੱਡ ਨਿਊਜ਼ ਬਹੁਤ ਸਲੋ ਸਪਰੈਡ ਹੁੰਦੀ ਹੈ। ਤੇ ਜਦੋਂ ਵੀ ਲੋਕੀ ਦੇਖਦੇ ਆ ਕੋਈ ਨੈਗੇਟਿਵ ਨਿਊਜ਼ ਗੱਲਾਂ ਬਹੁਤ ਹੁੰਦੀਆਂ, ਪਰ ਆਹ ਸਿਚੁਏਸ਼ਨ ਵਿੱਚ ਇੰਨਾ ਪੋਜ਼ਿਟਿਵ ਇੰਪੈਕਟ ਸਾਡੀ ਕਮਿਊਨਿਟੀ ਮੇਕ ਕਰ ਰਿਹਾ। ਡਜ਼ਨਟ ਮੈਟਰ ਤੁਹਾਡਾ ਏਜ ਕੀ ਆ, ਯੰਗ ਬੱਚੇ ਵੀ ਇੱਥੇ ਜਾਂਦੇ ਆ, ਸਾਡੇ ਜਿਹੜੇ ਰਿਸਪੈਕਟਡ ਐਲਡਰਸ ਆ ਉਹ ਵੀ ਜਾਂਦੇ ਆ, ਸਾਰੇ ਇਕੱਠੇ ਹੋ ਕੇ ਇੰਨਾ ਪੋਜ਼ਿਟਿਵ ਕੰਟਰੀਬਿਊਸ਼ਨ ਮੇਕ ਕਰ ਰਹੇ ਸਾਡੀ ਸੋਸਾਇਟੀ ਲਈ। ਇਹ ਇੰਪੋਰਟੈਂਟ ਸਟੋਰੀ ਸਾਰਿਆਂ ਨੂੰ ਦੱਸਣੀ ਚਾਹੀਦੀ ਆ, ਸੋ ਦੈਟ ਅਸੀਂ ਨਾਟ ਓਨਲੀ ਇਹ ਕੰਟੀਨਿਊ ਕਰ ਸਕਦੇ ਹਾਂ, ਪਰ ਆਪਣੀ ਜਿਹੜੀ ਫਿਊਚਰ ਜਨਰੇਸ਼ਨ ਉਹਨੂੰ ਸ਼ੋਅ ਕਰ ਸਕਦੇ ਹਾਂ ਵੀ ਇਹ ਇੱਕ ਸਹੀ ਪਾਥ ਆ। ਇਹ ਵੋਲੰਟੀਅਰ ਜਿਹੜੀ ਸੇਵਾ ਕਰਨ ਦਾ ਪਾਥ ਸਾਰਿਆਂ ਨੂੰ ਕਰਨਾ ਚਾਹੀਦਾ। ਬਿਲਕੁਲ, ਫਿਊਚਰ ਦੀ ਤੁਸੀਂ ਗੱਲ ਕਰ ਰਹੇ ਹੋ, ਬਹੁਤ ਸਾਰੀ ਜਿਹੜੀ ਸਾਡੀ ਜਨਰੇਸ਼ਨ ਹੈ ਉਹ ਇੱਥੇ ਪਲ ਰਹੀ ਹੈ ਕੈਨੇਡਾ ਵਰਗੇ ਮੁਲਕ ਦੇ ਵਿੱਚ, ਤਾਂ ਨਾ ਸਿਰਫ ਸਾਡੇ ਤਿਉਹਾਰਾਂ ਬਾਰੇ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ, ਬਲਕਿ ਜਦੋਂ ਗੁੱਡ ਕਾਜ਼ ਲਈ ਇੱਦਾਂ ਦੇ ਵੀ ਹਮਲੇ ਮਾਰੇ ਜਾਂਦੇ ਨੇ ਉਹਨਾਂ ਲਈ ਵੀ ਉਹਨਾਂ ਨੂੰ ਚੰਗਾ ਮੈਸੇਜ ਕਨਵੇ ਹੁੰਦਾ ਹੈ। ਤੁਹਾਨੂੰ ਲੱਗਦਾ ਹੈ ਕਿ ਨਵੰਬਰ ਦਾ ਮਹੀਨਾ ਹੁਣ ਜਿਸ ਤਰੀਕੇ ਨਾਲ ਐਲਾਨ ਦਿੱਤਾ ਗਿਆ ਹੈ ਸਿਗਨੇਸ਼ਨ ਬਾਏ ਜਿਹੜਾ ਬਲੱਡ ਡੋਨੇਸ਼ਨ ਹੈਗਾ, ਉਹਦੇ ਨਾਲ ਵੀ ਜਿਹੜੀ ਇੱਥੋਂ ਦੀ ਜਨਰੇਸ਼ਨ ਹੈ ਜਿਹੜੀ ਸਾਡੀ ਕਮਿਊਨਿਟੀ ਨਾਲ ਜੁੜੀ ਹੋਈ ਹੈ ਉਹਨਾਂ ਨੂੰ ਇੱਕ ਚੰਗਾ ਮੈਸੇਜ ਪਤਾ ਲੱਗੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਇੱਦਾਂ ਦੇ ਜਿਹੜੇ ਚੰਗੇ ਕੰਮ ਕੀਤੇ ਜਾ ਰਹੇ ਨੇ ਉਹਨਾਂ ਨੂੰ ਕੰਟੀਨਿਊ ਰੱਖਣਗੇ। ਸ਼ੇਰ ਜੀ, ਮੈਂ ਇੱਥੇ ਦਾ ਬੋਰਨ ਆ ਤੇ ਮੈਂ ਤੁਹਾਨੂੰ ਦੱਸਦਾ ਵੀ ਮੇਰੀ ਜਨਰੇਸ਼ਨ ਜਿਹੜੀ ਜਨਰੇਸ਼ਨ ਬਾਅਦ ਚ ਆ ਰਹੀ ਆ ਸਾਰਿਆਂ ਨੂੰ ਹੁਣ ਪਤਾ ਇਹ ਹਿਸਟਰੀ ਦਾ। ਤੇ ਇਨਫੈਕਟ ਇਹ ਜਿਹੜੀ ਕੈਂਪੇਨ ਆ ਇੰਨੀ ਮੋਟੀਵੇਟਿੰਗ ਆ, ਇੰਨੀ ਇੰਸਪਾਇਰਿੰਗ ਆ ਵੀ ਜਿਹੜੀ ਉਹ ਹਿਸਟਰੀ ਆ ਉਹ ਜਿਹੜੀ ਮੈਮਰੀ ਆ ਉਹ ਲਾਈਵ ਰੱਖਣ ਲਈ, ਪਰ ਆਲਸੋ ਜਿਹੜੀ ਪੋਜ਼ਿਟਿਵ ਇੰਪੈਕਟ ਕਰਦੀ ਕਮਿਊਨਿਟੀ ਨੂੰ ਸ਼ੋਅ ਕਰਨ ਲਈ ਵੀ ਜਿਹੜੀਆਂ ਅਸੀਂ ਗੁੱਡ ਚੀਜ਼ਾਂ ਕਰਾਂਗੇ ਗੁੱਡ ਚੀਜ਼ਾਂ ਵਾਪਸ ਆਉਣਗੀਆਂ। ਸੋ ਮੇਰਾ ਹੋਪ ਆ ਵੀ ਇਹ ਕੈਂਪੇਨ 22 ਇਅਰਸ ਚੱਲ ਹਟਿਆ ਪਰ 100 ਇਅਰਸ ਲਈ ਜਾਈ ਜਾਊਗਾ। ਬਿਲਕੁਲ, ਸੋ ਅਖੀਰ ਦੇ ਵਿੱਚ ਰਵੀ ਕਾਲੋ ਜੀ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਸਾਰਿਆਂ ਦੇ ਨਾਲ? ਮੈਂ ਸਾਰਿਆਂ ਨੂੰ ਬਸ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਵੋਲੰਟੀਅਰਸ ਆ ਇਹ ਕੈਂਪੇਨ ਨਾਲ ਮੈਂ ਸਾਰਿਆਂ ਨੂੰ ਬਹੁਤ ਹੀ ਥੈਂਕ ਯੂ ਕਰਨਾ ਚਾਹੁੰਦਾ ਵੀ ਜਿੰਨਾ ਤੁਸੀਂ ਜ਼ੋਰ ਲਾਉਂਦੇ ਹੋ, ਜਿੰਨਾ ਤੁਸੀਂ ਕੰਮ ਕਰ ਰਹੇ ਹੋ ਵੀ ਐਜ਼ ਅ ਗਵਰਨਮੈਂਟ ਆਫ BC ਅਸੀਂ ਦੇਖਦੇ ਹਾਂ, ਅਸੀਂ ਰੈਕਗਨਾਈਜ਼ ਕਰਦੇ ਹਾਂ, ਅਸੀਂ ਨੋਟਿਸ ਕਰਦੇ ਹਾਂ ਤੁਹਾਡਾ ਇੰਪੈਕਟ ਬਹੁਤ ਇੰਪੋਰਟੈਂਟ ਆ ਤੇ ਤੁਹਾਡਾ ਬਹੁਤ ਹੀ ਬਹੁਤ ਥੈਂਕ ਯੂ ਜੀ। ਰਵੀ ਕਾਲੋ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਸਾਰੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰਨ ਦੇ ਲਈ। ਥੈਂਕ ਯੂ ਸੋ ਮਚ। ਵਪਾਰਕ ਅਤੇ ਸੈਰ ਸਪਾਟਾ ਸਮੂਹ ਕੈਨੇਡਾ ਦੇ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਦੇ ਲਈ ਕੋਵਿਡ-19 ਟੈਸਟ ਨੂੰ ਛੱਡਣ ਦੀ ਮੰਗ ਕਰ ਰਹੇ ਨੇ। ਸ਼ੁੱਕਰਵਾਰ ਨੂੰ ਕੈਨੇਡਾ ਦੇ ਡਾਕਟਰ ਜਿਹੜੇ ਨੇ ਉਹਨਾਂ ਨੇ ਸੰਕੇਤ ਦਿੱਤਾ ਹੈ ਕਿ ਇਹ ਬਦਲ ਸਕਦਾ ਹੈ ਫੈਸਲਾ, ਪਰ ਸੋਮਵਾਰ ਤੋਂ ਪਹਿਲਾਂ ਅਜਿਹਾ ਨਹੀਂ ਹੋ ਸਕਦਾ। ਜੇਕਰ ਤੁਸੀਂ ਪੂਰੀ ਤਰ੍ਹਾਂ ਟੀਕਾਕਰਨ ਕਰ ਚੁੱਕੇ ਹੋ ਤਾਂ US ਜਾਣ ਦੇ ਲਈ ਟੈਸਟਿੰਗ ਦੀ ਲੋੜ ਨਹੀਂ ਹੈ। ਮੌਜੂਦਾ ਸਮੇਂ ਦੇ ਵਿੱਚ ਕੈਨੇਡਾ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੈਨੇਡਾ ਦੇ ਵਿੱਚ ਆਉਣ ਲਈ ਇੱਕ ਤਾਜ਼ਾ ਜਿਹੜਾ ਮੋਲੀਕਿਊਲਰ ਟੈਸਟ ਦੀ ਲੋੜ ਹੁੰਦੀ ਹੈ, ਜਿਸ ਦੀ ਦੁਬਾਰਾ ਜਾਂਚ ਕਰਨ ਦੀ ਮੰਗ ਬਾਰ-ਬਾਰ ਉੱਠ ਰਹੀ ਹੈ। US ਸਰਹੱਦ ਦੇ ਮੁੜ ਖੁੱਲਣ ਤੋਂ ਕੁਝ ਦਿਨ ਪਹਿਲਾਂ ਕੈਨੇਡਾ ਦੀ ਮੁੱਖ ਜਨਤਕ ਸਿਹਤ ਅਧਿਕਾਰੀ ਡਾਕਟਰ ਥੈਰੇਸਾ ਟੈਮ ਦਾ ਕਹਿਣਾ ਹੈ ਕਿ ਸਰਹੱਦੀ ਉਪਾਵਾਂ ਜਿਨ੍ਹਾਂ ਲਈ ਯਾਤਰੀਆਂ ਨੂੰ ਕੈਨੇਡਾ ਦੇ ਵਿੱਚ ਦਾਖਲ ਹੋਣ ਲਈ ਇੱਕ ਨੈਗੇਟਿਵ PCR ਕੋਵਿਡ-19 ਟੈਸਟ ਪੇਸ਼ ਕਰਨ ਦੀ ਲੋੜ ਹੁੰਦੀ ਹੈ ਦੀ ਦੁਬਾਰਾ ਜਾਂਚ ਕੀਤੀ ਜਾਣੀ ਚਾਹੀਦੀ ਹੈ। ਮੌਜੂਦਾ ਸਮੇਂ ਦੇ ਵਿੱਚ ਕੈਨੇਡਾ ਵਿੱਚ ਆਉਣ ਵਾਲੇ ਕਿਸੇ ਵਿਅਕਤੀ ਨੂੰ ਕੈਨੇਡਾ ਵਿੱਚ ਆਉਣ ਲਈ ਇੱਕ ਤਾਜ਼ਾ ਮੋਲੀਕਿਊਲਰ ਟੈਸਟ ਦੀ ਲੋੜ ਹੁੰਦੀ ਹੈ ਜੋ ਕੋਵਿਡ-19 ਲਈ ਨੈਗੇਟਿਵ ਨਤੀਜੇ ਨੂੰ ਦਰਸਾਉਂਦਾ ਹੈ, ਜਦਕਿ ਅਮਰੀਕਾ ਨੂੰ ਟੈਸਟ ਦੀ ਲੋੜ ਨਹੀਂ ਹੁੰਦੀ। ਪ੍ਰਤੀ ਟੈਸਟ $150 ਤੋਂ $300 ਦੀ ਲਾਗਤ ਤੇ ਇੱਕ ਮਹਿੰਗਾ ਪ੍ਰਸਤਾਵ ਹੋ ਸਕਦਾ ਹੈ, ਖਾਸ ਕਰਕੇ ਪਰਿਵਾਰਾਂ ਦੇ ਲਈ। ਆਲੋਚਕਾਂ ਨੂੰ ਖਾਸ ਤੌਰ ਤੇ US ਸਰਹੱਦ ਦੇ ਪਾਰ ਛੋਟੀਆਂ ਯਾਤਰਾਵਾਂ ਲਈ ਨੀਤੀ ਤੋਂ ਨਿਰਾਸ਼ ਕੀਤਾ ਗਿਆ ਹੈ, ਜੋ ਕਿ ਯਾਤਰੀਆਂ ਨੂੰ ਅਮਰੀਕਾ ਦੇ ਵਿੱਚ 72 ਘੰਟੇ ਬਿਤਾਉਣ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਟੈਸਟ ਕਰਾਉਣ ਦੀ ਇਜਾਜ਼ਤ ਦਿੰਦਾ ਹੈ ਤੇ ਫਿਰ ਦੇਸ਼ ਦੇ ਵਿੱਚ ਮੁੜ ਦਾਖਲ ਹੋਣ ਲਈ ਆਪਣਾ ਨੈਗੇਟਿਵ ਕੈਨੇਡੀਅਨ ਟੈਸਟ ਪੇਸ਼ ਕਰਦਾ ਹੈ। US 8 ਨਵੰਬਰ ਨੂੰ ਅੱਧੀ ਰਾਤ ਤੋਂ ਬਾਅਦ ਆਪਣੀ ਜ਼ਮੀਨੀ ਸਰਹੱਦਾਂ ਦੇ ਟੀਕੇ ਲਗਾਏ ਗਏ ਕੈਨੇਡੀਅਨਾਂ ਤੇ ਮੈਕਸੀਕਨਾਂ ਦਾ ਵਾਪਸ ਸਵਾਗਤ ਕਰਨ ਲਈ ਤਿਆਰ ਹੈ। ਜ਼ਮੀਨੀ ਸਰਹੱਦ ਨੂੰ ਮਾਰਚ 2020 ਤੋਂ ਗੈਰ ਜ਼ਰੂਰੀ ਯਾਤਰਾ ਲਈ ਬੰਦ ਕਰ ਦਿੱਤਾ ਗਿਆ ਹੈ। ਕੈਨੇਡਾ ਨੇ ਅਗਸਤ ਦੇ ਵਿੱਚ ਆਪਣੀ ਸਰਹੱਦ ਨੂੰ ਮੁੜ ਖੋਲ੍ਹਿਆ। ਇਸ ਗੱਲ ਦਾ ਗੁੱਸਾ ਭੜਕਾਇਆ ਕਿ ਅਮਰੀਕਾ ਨੇ ਇਸ ਦੀ ਪਾਲਣਾ ਨਹੀਂ ਕੀਤੀ। ਹਾਲਾਂਕਿ ਯਾਤਰੀਆਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਲਈ ਇੱਕ ਨੈਗੇਟਿਵ PCR ਟੈਸਟ ਦਿਖਾਉਣ ਲਈ ਨਹੀਂ ਕਿਹਾ ਜਾ ਰਿਹਾ। ਉਹਨਾਂ ਨੂੰ ਆਪਣੀ ਇਮਿਊਨਾਈਜੇਸ਼ਨ ਸਥਿਤੀ ਨੂੰ ਸਾਬਿਤ ਕਰਨਾ ਹੋਵੇਗਾ ਤੇ ਉਹਨਾਂ ਦੇ ਟੀਕੇ ਵਿਸ਼ਵ ਸਿਹਤ ਸੰਗਠਨ ਦੁਆਰਾ ਮਨਜ਼ੂਰ ਕੀਤੇ ਜਾਣੇ ਚਾਹੀਦੇ ਨੇ। ਮਿਕਸ ਐਂਡ ਮੈਚ ਖੁਰਾਕਾਂ ਤੇ ਐਸਟਰਾਜ਼ੈਨੇਕਾ ਵਾਲੇ US ਵਿੱਚ ਸਵੀਕਾਰ ਕੀਤੇ ਜਾਣਗੇ। ਸੋਮਵਾਰ ਨੂੰ ਵੀ ਹਵਾਈ ਯਾਤਰਾ ਦੇ ਨਵੇਂ ਨਿਯਮ ਲਾਗੂ ਹੋ ਰਹੇ ਨੇ। ਗੈਰ ਨਾਗਰਿਕ ਗੈਰ ਪ੍ਰਵਾਸੀ ਹਵਾਈ ਯਾਤਰੀਆਂ ਨੂੰ US ਨੂੰ ਪੂਰੀ ਤਰ੍ਹਾਂ ਟੀਕਾਕਰਨ ਦੀ ਲੋੜ ਹੁੰਦੀ ਹੈ ਤੇ ਇਸ
ਨਿਯਮ ਤੇ ਸਿਰਫ ਸੀਮਿਤ ਅਪਵਾਦ ਨੇ। ਉਹਨਾਂ ਵਿੱਚੋਂ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਨ੍ਹਾਂ ਨੂੰ ਇਸ ਦੀ ਥਾਂ ਤੇ ਪ੍ਰੀ ਡਿਪੋਰਟ ਟੈਸਟ ਦੇਣਾ ਪੈਂਦਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। अगर दस दें कि नवीं फाइजर कोविड-19 की गोली हस्पताल के गेड़े घटाउंदी है ते मौत का जोखम 90% घटा सकती है। अध्ययन दे विचों ये गल निकल के सामने आई है। फाइजर का कहना है कि एंटीवायरल गोली 10 विचों 9 हस्पतालों को खत्म कर सकती है। ड्रग निर्माता हुण FDA की प्रवानगी की मांग कर रहे हैं, जो कि कई होर ड्रग मेकरां द्वारा अपनियां गोलियां अगे रखण तो बाद आउंदा है। एक छूत वाली बीमारी माहर दा ये कहना है कि यह उत्साहजनक है, पर टीके अजे भी प्राइमरी संद ने। फाइजर इंक ने शुक्रवार को कहा कि कोविड-19 ਲਈ ਇਸ ਦੀ ਪ੍ਰਯੋਗਾਤਮਕ ਐਂਟੀਵਾਇਰਲ ਗੋਲੀ ਨੇ ਹਸਪਤਾਲ ਦੇ ਵਿੱਚ ਦਾਖਲ ਹੋਣ ਤੇ ਮੌਤ ਦੀਆਂ ਦਰਾਂ ਦੇ ਵਿੱਚ ਲਗਭਗ 90% ਦੀ ਕਟੌਤੀ ਕੀਤੀ ਹੈ, ਕਿਉਂਕਿ ਡਰੱਗ ਨਿਰਮਾਤਾ US ਮਾਰਕੀਟ ਵਿੱਚ ਕੋਰੋਨਾ ਵਾਇਰਸ ਦੇ ਵਿਰੁੱਧ ਪਹਿਲੀ ਦੌੜ ਦੇ ਵਿੱਚ ਸ਼ਾਮਿਲ ਹੈ। कैनेडा की चीफ पब्लिक हैल्थ ऑफिसर डॉक्टर थेरेसा टैम ने पुष्टि की है कि कैनेडा दवाई की समीक्षा भी कर रहा है। फाइजर ने कहा है कि वह FDA ते कौमांतरी रैगूलेटरां नूं जिन्नी जल्दी हो सके अपनी गोली नूं अधिकारत करन लई कहेगा। सुतंत्र माहरां द्वारा इस दे नतीजिਆਂ ਦੀ ताकत के आधार ते कंपनी के अध्ययन नूं रोकण की सिफारिश करन तो बाद एक बार फाइजर लागू हुंदा है। FDA महीनों या हफ्तियां दे अंदर कोई फैसला लै सकदा है। दुनिया भर के खोजकर्ता कोविड-19 के विरुद्ध एक गोली लभण लई दौड़ लगा रहे हैं, जो लक्षणां नूं घट करन, तेजी नाल रिकवरी करन ते हस्पतालां ते डॉक्टरां दे पैण वाले वाधू बोझ नूं घटाउण दे लई घर विच लई जा सकदी है। मौजूदा समय विच US विच वरते जाण वाले सारे कोविड-19 इलाजां लई एक IV या टीके की लोड़ हुंदी है। प्रतियोगी मर्क की कोविड-19 गोली फूड एंड ड्रग एडमिनिस्ट्रेशन विखे पहलां ही मजबूत शुरुआती नतीजे दिखाउण तो बाद समीक्षा अधीन है ते वीरवार नूं यूनाइटेड किंगडम इसनूं ठीक करन वाला पहला देश बन गया है। माहरां दा कहना है कि लखां बालगां दे अजे टीकाकरण नहीं कीते गए ने। प्रभावी वरतों विच आसान इलाज संक्रमण दीआं भविख दीआं लहरां नूं रोकण लई महत्वपूर्ण होणगे। डॉक्टर आइजैक बॉगोस छूत दीआं बीमारियां दे माहर सावधान करदे ने कि बेशक कैनेडा विच मंजूरी दित्ती जावे, दवाई वैक्सीनां दी थां नहीं लै सकदी। साडे कोल रोकथाम तकनीकां ने ते साडे कोल उपचार भी ने। रोकथाम का कोई बदल नहीं है ते मेरा मतलब है कि पूरा टीचा पहली थां ते लाग नूं रोकना होना चाहिए है अते असीं जानते हैं कि टीका अजिहे करन लई एक सुरक्षित ते प्रभावशाली विधि है। बॉगोस का कहना है कि यह वायरस के विरुद्ध खास तौर पर कुछ लोगों जिवें बजुर्गों ते पहलां तो मौजूद स्थितियां वाले लोगों लिए एक उत्साहजनक साधन है। उन्होंने कहा कि वो लोग जिन्हां नूं इसका सब तो वध फायदा होवेगा जे यह सचमुच समय की परीक्षा ते खड़ा हुंदा है तां कोई भी व्यक्ति होवेगा जो गंभीर संक्रमण लई जोखम दे कारण होणगे। उन्होंने कहा कि सानूं इस नूं नेड़ियों देखण दी लोड़ है ते इस तो पहलां कि असीं ये फैसला करिए कि यह गेम बदलण वाला है तां कुछ समीक्षावां दे जोड़ तोड़ देखण दी लोड़ होवेगी। FDA ने इस महीने के अंत विच मर्क की गोली की समीक्षा करन लई एक जनतक मीटिंग रखी है, जिसनूं मोल्नुपिराविर वजों जाणिया जांदा है। कंपनी ने सितंबर दे विच रिपोर्ट दी सी कि उसकी दवाई ने हस्पताल विच भर्ती होने ते मौत की दर दे विच 50% की कटौती की है। माहर अध्ययनां दे विच अंतर दे कारण शुरुआती नतीजों की तुलना करन दे विरुद्ध चेतावनी दिंदे ने। हालांकि मर्क की गोली US रेगूलेटरी प्रक्रिया दे विच अगे है। फाइजर की दवाई एक सुरक्षा प्रोफाइल तो लाभ लै सकती है, जो घट रैड फ्लैग लई वधेरे जाणू है। जदों कि गर्भवती औरतां नूं जन्म देण दे नुक्स ते संभावी ट्रायल तो बाहर रखा गया सी। फाइजर की दवाई विच कोई समान पाबंदियां नहीं सन। मर्क ड्रग कोरोना वायरस के जेनेटिक कोड दे विच दखल दे के काम करती है। वायरस लई एक नवीं पहुंच है। US ने कोविड-19 रेमडेसिविर दे लई एक होर एंटीवायरल ड्रग नूं मंजूरी दित्ती है ते 3 एंटीबॉडी थैरेपियां नूं अधिकारत कीता है, जो इम्यून सिस्टम नूं वायरस दे नाल लड़न विच मदद करते हैं। पर उन्हां नूं हस्पतालां या क्लीनिकां दे विच IV या इंजैक्शन द्वारा दिता जाना चाहिए ते डेल्टा वेरीएंट के आखिरी वाधे द्वारा सीमित सप्लाई दे विच रुकावट आई सी। एस्ट्राजेनेका उन्हां मरीजां लई महीनिਆਂ ਦੀ सुरक्षा प्रदान करन दे इरादे नाल लंबे समय तो काम करन वाली एंटीबॉडी ड्रग लई FDA अधिकार की मांग कर रही है, जिन्हां दे इम्यून सिस्टम विकार ने ते टीकाकरण लई ढुकवां जवाब नहीं दिंदे ने। हैल्थ कैनेडा ने वीरवार नूं ऐलान कीता सी
ਸੀ ਕਿ ਉਹ ਲੱਛਣਾਂ ਵਾਲੇ ਕੋਵਿਡ-19 ਨੂੰ ਰੋਕਣ ਲਈ ਦਵਾਈ ਦੀ ਸਮੀਖਿਆ ਕਰ ਰਿਹਾ ਹੈ ਤੇ ਇਸ ਦੇ ਫੈਸਲੇ ਲਈ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ। ਹੈਲਥ ਕੈਨੇਡਾ ਵੀ ਮਰਕ ਦੀ ਗੋਲੀ ਦੀ ਸਮੀਖਿਆ ਕਰ ਰਿਹਾ ਹੈ। ਫਾਈਜ਼ਰ ਨੇ ਸ਼ੁੱਕਰਵਾਰ ਨੂੰ 775 ਬਾਲਗਾਂ ਦੇ ਅਧਿਐਨ ਦੇ ਸ਼ੁਰੂਆਤੀ ਨਤੀਜੇ ਜਾਰੀ ਕੀਤੇ। ਇੱਕ ਹੋਰ ਐਂਟੀਵਾਇਰਲ ਦੇ ਨਾਲ ਕੰਪਨੀ ਦੀ ਦਵਾਈ ਲੈਣ ਵਾਲੇ ਮਰੀਜ਼ਾਂ ਵਿੱਚ 1 ਮਹੀਨੇ ਬਾਅਦ ਡਮੀ ਗੋਲੀ ਲੈਣ ਵਾਲੇ ਮਰੀਜ਼ਾਂ ਦੀ ਤੁਲਨਾ ਦੇ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਜਾਂ ਮੌਤ ਦੇ ਸੰਯੁਕਤ ਦਰ ਦੇ ਵਿੱਚ 99% ਦੀ ਕਮੀ ਆਈ। ਡਰੱਗ ਲੈਣ ਵਾਲੇ ਮਰੀਜ਼ਾਂ ਦੇ ਵਿੱਚੋਂ 1% ਤੋਂ ਘੱਟ ਨੂੰ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਲੋੜ ਹੁੰਦੀ ਹੈ ਤੇ ਕਿਸੇ ਦੀ ਵੀ ਮੌਤ ਨਹੀਂ ਹੁੰਦੀ। ਤੁਲਨਾਤਮਕ ਸਮੂਹ ਦੇ ਵਿੱਚ 7% ਹਸਪਤਾਲ ਦੇ ਵਿੱਚ ਭਰਤੀ ਸਨ ਤੇ 7 ਮੌਤਾਂ ਹੋਈਆਂ ਸਨ। ਡਾਕਟਰ ਮਿਕੇਲ ਫਾਈਜ਼ਰ ਦੇ ਮੁੱਖ ਵਿਗਿਆਨੀ ਨੇ ਕਿਹਾ ਹੈ ਕਿ ਅਸੀਂ ਉਮੀਦ ਕਰ ਰਹੇ ਹਾਂ ਕਿ ਸਾਡੇ ਕੋਲ ਕੁਝ ਅਸਧਾਰਨ ਹੈ, ਪਰ ਇਹ ਬਹੁਤ ਘੱਟ ਹੁੰਦਾ ਹੈ ਕਿ ਤੁਸੀਂ ਲਗਭਗ 90% ਦੀ ਪ੍ਰਭਾਵਸ਼ੀਲਤਾ ਤੇ ਮੌਤ ਲਈ 100% ਦੀ ਸੁਰੱਖਿਆ ਦੇ ਨਾਲ ਮਹਾਨ ਦਵਾਈਆਂ ਨੂੰ ਦੇਖਦੇ ਹੋ। ਅਧਿਐਨ ਭਾਗੀਦਾਰਾਂ ਨੂੰ ਹਲਕੇ ਤੋਂ ਦਰਮਿਆਨੇ ਕੋਵਿਡ-19 ਦੇ ਨਾਲ ਟੀਕਾਕਰਨ ਨਹੀਂ ਕੀਤਾ ਗਿਆ ਸੀ ਤੇ ਮੋਟਾਪੇ, ਸ਼ੂਗਰ ਜਾਂ ਦਿਲ ਦੀ ਬਿਮਾਰੀ ਵਰਗੀਆਂ ਸਿਹਤ ਸਮੱਸਿਆਵਾਂ ਕਾਰਨ ਹਸਪਤਾਲ ਦੇ ਵਿੱਚ ਦਾਖਲ ਹੋਣ ਲਈ ਉੱਚ ਜੋਖਮ ਮੰਨਿਆ ਜਾਂਦਾ ਸੀ। ਸ਼ੁਰੂਆਤੀ ਲੱਛਣਾਂ ਦੇ 3 ਤੋਂ 5 ਦਿਨਾਂ ਦੇ ਅੰਦਰ ਇਲਾਜ ਸ਼ੁਰੂ ਹੋਇਆ ਤੇ 5 ਦਿਨਾਂ ਤੱਕ ਚੱਲਿਆ। ਫਾਈਜ਼ਰ ਨੇ ਮਾੜੇ ਪ੍ਰਭਾਵਾਂ ਬਾਰੇ ਕੁਝ ਵੇਰਵੇ ਪਰ ਕਿਹਾ ਕਿ ਸਮੱਸਿਆਵਾਂ ਦੀਆਂ ਦਰਾਂ ਲਗਭਗ 20% ਤੇ ਸਮੂਹਾਂ ਦੇ ਵਿਚਕਾਰ ਸਮਾਨ ਸਨ। ਅਜਮਾਇਸ਼ ਦੀ ਨਿਗਰਾਨੀ ਕਰਨ ਵਾਲੇ ਮਾਹਰਾਂ ਦੇ ਇੱਕ ਸੁਤੰਤਰ ਸਮੂਹ ਨੇ ਇਸ ਨੂੰ ਛੇਤੀ ਮਿਆਰੀ ਪ੍ਰਕਿਰਿਆ ਨੂੰ ਰੋਕਣ ਦੀ ਸਿਫਾਰਿਸ਼ ਕੀਤੀ ਜਦੋਂ ਅੰਤਰੀਮ ਨਤੀਜੇ ਸਪਸ਼ਟ ਲਾਭ ਦਿਖਾਉਂਦੇ ਨੇ। ਡਾਟਾ ਅਜੇ ਬਾਹਰੀ ਸਮੀਖਿਆ ਲਈ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ। ਦਵਾਈ ਜਿਸ ਦਾ ਨਾਮ ਅਜੇ ਤੱਕ ਨਹੀਂ ਰੱਖਿਆ ਗਿਆ ਹੈ ਦੀ ਪਛਾਣ ਪਹਿਲੀ ਵਾਰ 2003 ਦੌਰਾਨ ਏਸ਼ੀਆ ਵਿੱਚ ਸ਼ੁਰੂ ਹੋਏ ਸਾਰਸ ਦੇ ਪ੍ਰਕੋਪ ਦੌਰਾਨ ਕੀਤੀ ਗਈ ਸੀ। ਪਿਛਲੇ ਸਾਲ ਕੰਪਨੀ ਖੋਜਕਰਤਾਵਾਂ ਨੇ 2 ਕੋਰੋਨਾ ਵਾਇਰਸ ਦੇ ਵਿੱਚ ਸਮਾਨਤਾਵਾਂ ਨੂੰ ਦੇਖਦੇ ਹੋਏ ਦਵਾਈ ਨੂੰ ਮੁੜ ਸੁਰਜੀਤ ਕਰਨ ਤੇ ਕੋਵਿਡ-19 ਲਈ ਇਸ ਦਾ ਅਧਿਐਨ ਕਰਨ ਦਾ ਫੈਸਲਾ ਕੀਤਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਥੈਰੇਸਾ ਟੈਮ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਹਰ ਜਿਹੜਾ ਰਾਹ ਹੈ ਉਹ ਪੱਧਰਾ ਹੋਣ ਵਾਲਾ ਹੈ, ਯਾਨੀ ਕੋਵਿਡ-19 ਦੀ ਚੌਥੀ ਵੇਵ ਦੇ ਦੌਰਾਨ ਕਰਵ ਤਾਂ ਹੇਠ ਆਈ ਹੈ, ਪਰ ਕੁਝ ਸਮੇਂ ਤੋਂ ਹੁਣ ਬਹੁਤ ਜਿਹੜੇ ਨੇ ਉਹ ਪ੍ਰੋਗਰੈਸ ਜ਼ਿਆਦਾ ਨਹੀਂ ਹੋ ਰਿਹਾ। ਐਲਬਰਟਾ ਤੇ ਸਸਕੈਚੁਅਨ ਵਰਗੇ ਸੂਬੇ ਹਾਲੇ ਵੀ ਮੁਲਕ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਪਿੱਛੇ ਚੱਲ ਰਹੇ ਨੇ। ਇਸ ਕਰਕੇ ਹੈਲਥ ਤੇ ਕ੍ਰਿਟੀਕਲ ਦੇਖਭਾਲ ਸਿਸਟਮ ਤੇ ਲਗਾਤਾਰ ਬੋਝ ਵਧ ਰਿਹਾ ਹੈ। ਪੂਰੇ ਮੁਲਕ ਦੇ ਲਿਹਾਜ਼ ਦੇ ਨਾਲ ਜੇ ਦੇਖਿਆ ਜਾਏ ਤਾਂ ਇਸ ਵੇਲੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਿੱਚ ਕੇਸ ਸਭ ਤੋਂ ਵੱਧ ਨੇ। ਇਸ ਉਮਰ ਵਰਗ ਨੇ ਹਾਲੇ ਵੈਕਸੀਨ ਵੀ ਨਹੀਂ ਲਗਾਈ। ਉਧਰ 12 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ ਨਵੇਂ ਕੋਵਿਡ-19 ਸੰਕਰਮਣਾਂ ਦੀ ਸਭ ਤੋਂ ਵੱਡੀ ਗਿਣਤੀ ਬਣਾਉਂਦੇ ਨੇ, ਕਿਉਂਕਿ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਮਰ ਸਮੂਹ ਦੇ ਲਈ ਟੀਕੇ ਲਗਾਉਣ ਦੇ ਵਿੱਚ ਅਜੇ ਹਫ਼ਤੇ ਬਾਕੀ ਨੇ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਹੈ ਕਿ ਪਹਿਲੀ ਵਾਰ ਉਸ ਉਮਰ ਸਮੂਹ ਦੇ ਵਿੱਚ ਸੰਕਰਮਣ ਹੋਰ ਸਾਰੇ ਉਮਰ ਸਮੂਹਾਂ ਨੂੰ ਪਛਾੜ ਗਿਆ ਹੈ। ਦੂਜੇ ਉਮਰ ਦੇ ਸਮੂਹਾਂ ਦੇ ਵਿੱਚ ਟੀਕਾਕਰਨ ਦੇ ਉੱਚ ਪੱਧਰ ਦੇ ਮੱਦੇਨਜ਼ਰ ਇਹ ਇੱਕ ਅਚਾਨਕ ਪੈਟਰਨ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਮੁੱਖ ਗੱਲ ਇਹ ਹੈ ਕਿ ਆਮ ਤੌਰ ਤੇ ਉਹਨਾਂ ਨੂੰ ਹਲਕੀ ਬਿਮਾਰੀ ਜਿਹੜੀ ਹੈ ਉਹ ਹੁੰਦੀ ਹੈ। ਨਾਲ ਹੀ ਉਹਨਾਂ ਕਿਹਾ ਪਰ ਗੰਭੀਰ ਨਤੀਜਿਆਂ ਦੇ ਜਿਹੜੇ ਨੇ ਉਹ ਕਦੇ-ਕਦਾਈ ਜਾਂ ਦੁਰਲਭ ਪਹਿਲੂ ਹੁੰਦੇ ਨੇ, ਪਰ ਬਹੁਤ ਘੱਟ ਹੀ ਉਹ ਮੌਤ ਦਾ ਕਾਰਨ ਬਣਦੇ ਨੇ। ਇਹ ਅੰਕੜੇ ਉਦੋਂ ਆਏ ਨੇ ਜਦੋਂ ਹੈਲਥ ਕੈਨੇਡਾ 5 ਤੋਂ 11 ਸਾਲ ਦੇ ਬੱਚਿਆਂ ਦੇ ਲਈ ਆਪਣੀ ਵੈਕਸੀਨ ਬਾਰੇ ਫਾਈਜ਼ਰ ਤੇ ਅੰਕੜਿਆਂ ਦੀ ਸਮੀਖਿਆ ਕਰਨਾ ਜਾਰੀ ਰੱਖ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਨੇ ਇਸ ਹਫ਼ਤੇ ਦੇ ਸ਼ੁਰੂ ਦੇ ਵਿੱਚ ਸ਼ਾਟਸ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਲੱਖਾਂ ਬੱਚਿਆਂ ਨੂੰ ਟੀਕਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਕੈਨੇਡੀਅਨ ਸਰਕਾਰ ਨੇ ਮਨਜ਼ੂਰੀ ਦੀ ਉਮੀਦ ਦੇ ਵਿੱਚ ਬੱਚਿਆਂ ਦੇ ਟੀਕੇ ਦੀਆਂ 2.9 ਮਿਲੀਅਨ ਖੁਰਾਕਾਂ ਦਾ ਆਦੇਸ਼ ਦਿੱਤਾ ਹੈ, ਜੋ ਟੈਮ ਨੇ ਕਿਹਾ ਹੈ ਕਿ ਹਫ਼ਤਿਆਂ ਦੇ ਵਿੱਚ ਆ ਸਕਦਾ ਹੈ। ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਖਾਸ ਖਬਰਾਂ ਦੇ ਉੱਤੇ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਐਡਮਿੰਟਨ ਤੋਂ 2 ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਇੱਕ ਖਬਰ ਤੇ ਐਡਮਿੰਟਨ ਸ਼ਹਿਰ ਤੋਂ ਲਹਿੰਦੇ ਵਾਲੇ ਪਾਸੇ ਨੂੰ 200 ਕਿਲੋਮੀਟਰ ਹਾਈਵੇ 16 ਤੇ ਸਥਿਤ ਇੱਕ ਟਾਊਨ ਹੈ ਐਡਸਨ। ਉੱਥੇ ਕੱਲ ਸ਼ਾਮੀ 5:30 ਵਜੇ ਇੱਕ ਵਿਅਕਤੀ ਡਾਕਾ ਮਾਰਨ ਆਇਆ ਇੱਕ ਦੁਕਾਨ ਦੇ ਉੱਤੇ, ਔਰ ਜਦੋਂ ਉਹ ਉੱਥੇ ਜਿਹੜਾ EMPLOYEE ਕੰਮ ਕਰ ਰਿਹਾ ਸੀਗਾ ਉਹਦੇ ਨਾਲ ਉਹ ਜਦੋਂ ਹੱਥੋਂ ਪਾਈ ਹੋ ਰਿਹਾ ਸੀ ਤੇ ਉਹਦੀ ਗਨ ਜਿਹੜੀ ਹੈ ਜੀ ਉਹਨੇ ਚਲਾ ਦਿੱਤੀ, ਜਿਹਦੇ ਨਾਲ ਜਿਹੜਾ EMPLOYEE ਸੀਗਾ ਉੱਥੇ ਕੰਮ ਕਰਨ ਵਾਲਾ ਉਹ ਫੱਟੜ ਹੋ ਗਿਆ। ਔਰ ਜਿਹੜਾ ਲੁਟੇਰਾ ਸੀਗਾ ਉਹ ਉੱਥੋਂ ਛੱਡ ਕੇ ਸਟੋਰ ਚਲਾ ਜਾਂਦਾ ਔਰ ਥੋੜ੍ਹੀ ਦੂਰ ਜਾ ਕੇ ਉਹਦੀ ਜਿਹੜੀ ਹੈ ਜੀ ਗੱਡੀ ਉਹ ਬਾਅਦ ਵਿੱਚ ਪੁਲਿਸ ਨੂੰ ਮਿਲੀ ਹੈ, ਪਰ ਉਹਦੇ ਵਿੱਚ ਹੈ ਕੋਈ ਨਹੀਂ ਸੀ ਹੈ। ਪੁਲਿਸ ਉਹਨੂੰ ਲੱਭਣ ਦਾ ਯਤਨ ਕਰ ਰਹੀ ਹੈ, ਪਰ ਐਡਸਨ ਦੇ ਮੇਅਰ ਜਿਹੜੇ ਨੇ ਉਹਨਾਂ ਵੱਲੋਂ
ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਔਰ ਉਹ ਕਹਿੰਦੇ ਵੀ ਅਸੀਂ ਆਪਣੇ ਸ਼ਹਿਰ ਨੂੰ ਜਾਣਦੇ ਹਾਂ ਐਡਿਸਨ ਨੂੰ, ਇਹ ਕਮਿਊਨਿਟੀ ਇੱਕ ਦੂਸਰੇ ਦੀ ਸਪੋਰਟ ਕਰਦੀ ਆ ਔਰ ਜਿੰਨੀ ਵੀ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਸਪੋਰਟ ਚਾਹੀਦੀ ਹੋਵੇਗੀ ਉਹ ਪ੍ਰੋਵਾਈਡ ਕੀਤੀ ਜਾਵੇਗੀ। ਔਰ ਉਹ ਜਿਹੜਾ ਵਿਅਕਤੀ ਹੈ ਜੀ ਉਹ ਹਜੇ ਤੱਕ ਫਰਾਰ ਹੈ, ਉਹਨੂੰ ਲੱਭਣ ਦਾ ਯਤਨ ਕੀਤਾ ਜਾ ਰਿਹਾ ਹੈ। ਐਡਿਸਨ ਦੇ ਮੇਅਰ ਕੈਵਨ ਜ਼ਹਾਰਾ ਹੋਰਾਂ ਨੇ ਪਾਰਟਿਕੂਲਰਲੀ ਇਹ ਸਟੇਟਮੈਂਟ ਦੇ ਕੇ ਉਹ ਪਰਿਵਾਰ ਦੇ ਨਾਲ ਆਪਣਾ ਦੁੱਖ ਜਿਹੜਾ ਸਾਂਝਾ ਕੀਤਾ ਜੀ ਉਹਨਾਂ ਦਾ, ਔਰ ਨਾਲ ਦੀ ਨਾਲ ਕਿਹਾ ਵੀ ਅਸੀਂ ਜੋ ਕੁਝ ਵੀ ਸਾਡੇ ਕੋਲੋਂ ਹੋ ਸਕਦਾ ਉਹ ਅਸੀਂ ਕਰਾਂਗੇ, ਪਰ ਉਹਨਾਂ ਹੋਰ ਕੋਈ ਜ਼ਿਆਦਾ ਡਿਟੇਲ ਇਹਦੇ ਬਾਰੇ ਨਹੀਂ ਦਿੱਤੀ। ਔਰ ਦੂਸਰੀ ਖਬਰ ਐਡਮਿੰਟਨ ਸ਼ਹਿਰ ਤੋਂ ਹੈ ਜੀ। ਸਾਡੇ ਤੁਹਾਨੂੰ ਯਾਦ ਹੋਣਾ ਪਿਛਲੇ ਥੋੜ੍ਹੇ ਦਿਨ ਹੋਏ ਆ, ਇੱਕ ਜਿਹੜੇ ਅਲਬਰਟਾ ਸਰਕਾਰ ਦੀ ਇੱਕ ਸਟਾਫਰ ਸੀਗੀ ਜਿਹਨੇ ਕੰਪਲੇਂਟ ਕੀਤੀ ਸੀਗੀ ਕਿਉਂਕਿ ਉਹਨੂੰ ਉੱਥੋਂ ਜੌਬ ਤੋਂ ਹਟਾ ਦਿੱਤਾ ਗਿਆ ਸੀਗਾ ਅਤੇ ਉਹਨੇ ਪ੍ਰੋਵਿੰਸ ਨੂੰ ਸੂ ਵੀ ਕੀਤਾ ਹੋਇਆ ਜਿੰਨਾ ਉਹਦਾ ਬਕਾਇਆ ਕੰਟਰੈਕਟ ਰਹਿੰਦਾ ਸੀ ਉਹਦੀ ਤਨਖਾਹ ਲਈ। ਔਰ ਜਿਹੜੇ ਦੋਸ਼ ਉਹਨੇ ਲਾਏ ਸੀਗੇ ਉਹਨਾਂ ਦੋਸ਼ਾਂ ਦੇ ਵਿੱਚੋਂ ਹੀ ਹੁਣ ਕੁਝ ਗੱਲਾਂ ਹੋਰ ਸਾਹਮਣੇ ਆ ਰਹੀਆਂ ਜੀ। ਜਿਹੜੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਨੇ ਡੈਵਨ ਡਰੀਸ਼ਨ ਉਹਨਾਂ ਨੇ ਅੱਜ ਸਵੇਰੇ ਆਪਣਾ ਅਸਤੀਫਾ ਜਿਹੜਾ ਉਹ ਪ੍ਰੀਮੀਅਰ ਜੇਸਨ ਕੈਨੀ ਹੋਰਾਂ ਨੂੰ ਸੌਂਪ ਦਿੱਤਾ। ਔਰ ਜਦੋਂ ਪ੍ਰੀਮੀਅਰ ਸਾਹਿਬ ਦੇ ਦਫ਼ਤਰ 'ਚ ਫੋਨ ਕਰਕੇ ਕੁਝ ਦੋਸ਼ ਜਿਹੜੇ ਕੁਝ ਹੋਰ ਸਟਾਫਰਸ ਵੱਲੋਂ ਵੀ ਲਾਏ ਗਏ ਉਹਨਾਂ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰੀਮੀਅਰ ਸਾਹਿਬ ਨੇ ਦੱਸਿਆ ਕਿ ਡੈਵਨ ਡਰੀਸ਼ਨ ਹੋਰਾਂ ਨੇ ਅਸਤੀਫਾ ਦੇ ਦਿੱਤਾ ਮਿਨਿਸਟਰ ਦੇ ਤੌਰ 'ਤੇ, ਪਰ ਉਹ UCP ਦੇ ਮੈਂਬਰ ਜਿਹੜੇ ਆ ਬਣੇ ਰਹਿਣਗੇ। ਔਰ ਡੈਵਨ ਡਰੀਸ਼ਨ ਦਾ ਕਹਿਣਾ ਕਿ ਮੈਂ ਜਿਹੜਾ ਅਸਤੀਫਾ ਦਿੱਤਾ ਉਹ ਇਸ ਕਰਕੇ ਵੀ ਮੈਂ ਨਹੀਂ ਚਾਹੁੰਦਾ ਵੀ ਕਿਸੇ ਕੰਮ ਦੇ ਵਿੱਚ ਉਹ ਪ੍ਰੋਬਲਮ ਬਣੇ, ਔਰ ਮੈਂ ਆਪਣੀਆਂ ਜਿਹੜੀਆਂ ਮੈਨੂੰ ਇਹ ਪ੍ਰੋਬਲਮ ਹੈਗੀ ਆ ਸ਼ਰਾਬ ਪੀਣ ਦੀ ਆਪੇ ਤੋਂ ਜਾਣੀ ਬਾਹਰਿਆ ਹੋ ਕੇ ਉਹ ਸ਼ਰਾਬ ਪੀਣੀ, ਉਹਦੇ ਇਲਾਜ ਲਈ ਹੁਣ ਮੈਂ ਯਤਨਸ਼ੀਲ ਹੋਵਾਂਗਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀਆਂ ਜ਼ਿਆਦਾ ਡਿਟੇਲਸ ਜਿਹੜੀਆਂ ਜੀ ਉਹ ਸਾਹਮਣੇ ਆਉਣਗੀਆਂ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਅੱਗੇ ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਦੀ ਗੱਲ ਅੱਜ ਦੀ। ਪਿਛਲੇ ਦਿਨਾਂ ਦੇ ਵਿੱਚ ਵੈਨਕੂਵਰ ਪੁਲਿਸ ਨੇ ਇੱਕ ਵਾਰਨਿੰਗ ਦਿੱਤੀ ਆ ਕਿ ਸਟ੍ਰੇਂਜਰ ਅਸੌਲਟਸ ਦੇ ਵਿੱਚ ਸ਼ਹਿਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ। ਸਟ੍ਰੇਂਜਰ ਅਸੌਲਟਸ ਕੀ ਆ ਕਿ ਕਈ ਵਾਰੀ ਕਿਸੇ ਵਿਅਕਤੀ ਦੇ ਉੱਤੇ ਕੋਈ ਹਮਲਾ ਕਰਦਾ, ਲੜਾਈ ਕਰਦਾ, ਚਾਕੂ ਮਾਰਦਾ, ਕੁਛ ਨਾ ਕੁਛ ਲੜਾਈ ਝਗੜਾ ਹੁੰਦਾ, ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ, ਜਾਂ ਤਾਂ ਉਹਨਾਂ ਦੋਵਾਂ ਦੇ ਵਿੱਚ ਕੋਈ ਤਕਰਾਰ ਹੋਇਆ, ਕੋਈ ਤੂਤੂ ਮੈਮਾ ਹੋਈ ਆ, ਉਸ ਤੋਂ ਬਾਅਦ ਇੱਕ ਬੰਦਾ ਦੂਜੇ ਬੰਦੇ 'ਤੇ ਹਮਲਾ ਕਰਦਾ, ਜਾਂ ਉਹ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸੀ, ਦੋਵਾਂ ਦੀ ਇੱਕ ਦੂਜੇ ਨਾਲ ਲੱਗਦੀ ਸੀ ਅਤੇ ਉਹਨੇ ਉਹਦੇ 'ਤੇ ਹਮਲਾ ਕਰ ਦਿੱਤਾ। ਬਹੁਤੇ ਕੇਸਿਸ ਦੇ ਵਿੱਚ ਦੋਵੇਂ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ। ਪੁਲਿਸ ਵਾਲਿਆਂ ਨੂੰ ਪਤਾ ਹੁੰਦਾ ਵੀ ਇਹਦਾ ਕਾਰਨ ਆਇਆ, ਜਾਂ ਕਾਰ ਦੇ ਵਿੱਚ ਕਿਸੇ ਦੇ ਵਿੱਚ ਕਾਰ ਵੱਜ ਗਈ, ਜਾਂ ਕੁਛ ਹੋ ਗਿਆ, ਜਾਂ ਕੋਈ ਲੁੱਟ ਖੋਹ ਕਰਨ ਆਇਆ ਸੀ, ਲੁੱਟ ਖੋਹ ਕਰਨ ਆਇਆ ਦੂਜੇ ਬੰਦੇ ਨੇ ਵਿਰੋਧ ਕੀਤਾ ਅਤੇ ਉਹਨੇ ਹਮਲਾ ਕਰ ਦਿੱਤਾ। ਕੋਈ ਨਾ ਕੋਈ ਕਾਰਨ ਅਸੌਲਟ ਦਾ ਜ਼ਰੂਰ ਹੁੰਦਾ। ਪਰ ਵੈਨਕੂਵਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਦੇ ਵਿੱਚ ਬਹੁਤ ਸਾਰਾ ਵਾਧਾ ਹੋਇਆ ਜਿੱਥੇ ਇਹ ਪਤਾ ਹੀ ਨਹੀਂ ਕਿ ਇਸ ਲੜਾਈ ਝਗੜੇ ਦਾ ਜਾਂ ਇਸ ਕੁੱਟਮਾਰ ਦਾ ਕਾਰਨ ਕੀ ਆ। ਸਟ੍ਰੇਂਜਰ ਅਸੌਲਟਸ ਬਹੁਤ ਜ਼ਿਆਦਾ ਵਧੇ। ਪੁਲਿਸ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਬਹੁਤ ਜ਼ਿਆਦਾ ਚਿੰਤਤ ਹਾਂ ਇਸ ਗੱਲ ਤੋਂ ਜਿਹੜੇ ਰੈਂਡਮ ਅਸੌਲਟਸ ਹੋ ਰਹੇ। ਉਹ ਕਹਿੰਦੇ ਇੱਕ ਦਿਨ ਦੇ ਵਿੱਚ 4 ਲੋਕਾਂ ਦੇ ਉੱਤੇ ਅਨਪ੍ਰੋਵੋਕਡ ਅਸਾਲਟ ਵੈਨਕੂਵਰ ਦੇ ਵਿੱਚ ਹੋ ਰਿਹਾ ਡੇਲੀ ਬੇਸਿਸ 'ਤੇ। ਪਿਛਲੇ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ 1 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਰੋਜ਼ 4 ਬੰਦਿਆਂ ਦੇ ਨਾਲ ਇੱਦਾਂ ਦੀ ਕੋਈ ਘਟਨਾ ਵਾਪਰਦੀ ਆ ਕਿ ਅਣਜਾਣ ਬੰਦਾ ਉਹਨਾਂ ਦੇ ਨਾਲ ਆ ਕੇ ਕੁੱਟਮਾਰ ਕਰ ਗਿਆ। ਕਿਉਂ ਕਰ ਗਿਆ ਪਤਾ ਨਹੀਂ ਲੱਗਦਾ। ਅੰਕੜੇ ਦੱਸ ਰਿਹਾ ਕਿ 1555 ਸਟ੍ਰੇਂਜਰ ਅਟੈਕ ਹੋਏ ਆ ਅਤੇ 1705 ਜਣੇ ਇਹਦੇ ਵਿਕਟਮ ਬਣੇ ਆ ਸਤੰਬਰ 1, 2020 ਤੋਂ ਲੈ ਕੇ 31 ਅਗਸਤ 2021 ਤੱਕ। ਸੋ 1 ਸਾਲ ਦੇ ਵਿੱਚ 1555 ਅਟੈਕ ਅਤੇ 1700 ਜਿਹੜੇ 5 ਵਿਕਟਮ ਇਹਦੇ ਬਣਨੇ। 47% ਦੇ ਕੋਲ ਜਿਹੜੇ ਕੇਸਿਸ ਸੀਗੇ ਉਹਦੇ ਵਿੱਚ ਵੈਪਨ ਸੀਗਾ, ਮਤਲਬ ਅੱਧਿਆਂ ਦੇ ਵਿੱਚ ਹਥਿਆਰ ਨਾਲ ਹਮਲੇ ਹੋਏ ਆ। 28% ਜਿਹੜੇ ਆ ਉਹ ਸੀਗੇ ਮੈਂਟਲ ਇਲਨੈਸ ਦੇ ਮਰੀਜ਼ ਵੀ ਇਹਦੇ ਵਿੱਚੋਂ ਪਤਾ ਲੱਗਿਆ, ਅਤੇ 24% ਜਿਹੜੇ ਵਿਕਟਮ ਸੀਗੇ ਉਹ ਫੀਮੇਲ ਸੀਗੇ। ਹੁਣ ਇਹ ਗੱਲਬਾਤ ਕਿਉਂ ਚਰਚਾ ਚੱਲੀ ਹੈ, ਇਹ ਖਬਰ ਥੋੜ੍ਹਾ ਚਿਰ ਪਹਿਲਾਂ ਵੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਸੀ। ਹੁਣ ਚਰਚਾ ਇਸ ਕਰਕੇ ਚੱਲੀ ਹੈ ਕਿ ਅੱਜ ਪੁਲਿਸ ਨੇ ਇੱਕ ਪਬਲਿਕ ਸੇਫਟੀ ਵਾਰਨਿੰਗ ਇਸ਼ੂ ਕੀਤੀ ਹੈ ਵੈਨਕੂਵਰ ਦੇ ਵਿੱਚ, ਕਿਉਂਕਿ ਉੱਥੇ ਇੱਕ ਬਜ਼ੁਰਗ ਵਿਅਕਤੀ ਦੇ ਉੱਤੇ ਹਮਲਾ ਕੀਤਾ ਗਿਆ ਅਤੇ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ। ਘਰ ਦੇ ਵਿੱਚ ਵੜ ਕੇ ਸਾਊਥ ਵੈਨਕੂਵਰ ਦੇ ਵਿੱਚ ਪਿਛਲੇ ਹਫ਼ਤੇ ਕੁੱਟਮਾਰ ਕਰਨ ਦੀ, ਮਤਲਬ ਸ਼ਰੇਆਮ ਘਰ ਦੇ ਵਿੱਚ ਵੜ ਕੇ ਬਜ਼ੁਰਗ ਨੂੰ ਮਾਰਿਆ ਗਿਆ। 4:30 ਵਜੇ ਕਹਿੰਦੇ ਫਰਾਈਡੇ ਨੂੰ ਇਹ ਘਟਨਾ ਵਾਪਰੀ ਆ ਈਸਟ 35 ਐਵਨਿਊ ਅਤੇ ਵਿਕਟੋਰੀਆ ਡਰਾਈਵ ਦੇ ਨੇੜੇ
ਬੰਦਾ ਆਪਣੇ ਘਰ ਦੇ ਵਿੱਚ ਸੀਗਾ, ਦਰਵਾਜ਼ਾ ਖੁੱਲ੍ਹਾ ਸੀ, ਅਨਲੌਕ ਸੀਗਾ। 89 ਈਅਰ ਓਲਡ ਇਹ ਵਿਅਕਤੀ ਤੇ ਉਹਦੀ ਪਤਨੀ ਘਰ ਦੇ ਵਿੱਚ ਸੀਗੇ, ਆਪਣੇ ਫਰੰਟ ਯਾਰਡ ਦੇ ਵਿੱਚ ਕੁਝ ਗਾਰਡਨਿੰਗ ਕਰ ਰਹੇ ਸੀ ਕਿ ਉਹ ਕਹਿੰਦੇ ਜਿਹੜਾ ਥੋੜ੍ਹਾ ਜਿਹਾ ਉਹ ਪਰੇ ਹੋਏ ਤੇ ਜਦੋਂ ਇਹ ਘਟਨਾ ਵਾਪਰ ਗਈ, ਉਹਦੀ ਪਤਨੀ ਜਦੋਂ ਥੋੜ੍ਹਾ ਜਿਹਾ ਪਰੇ ਹੋਈ ਆ, ਪੁਲਿਸ ਦੱਸਦੀ ਹੈ ਕਿ ਉਹ ਵਿਅਕਤੀ ਘਰ ਦੇ ਵਿੱਚ ਬੈਠਾ ਸੀ ਤੇ ਇੱਕ ਇੰਟਰੂਡਰ ਜਿਹੜਾ ਬਾਹਰੋਂ ਆਇਆ ਵਿਅਕਤੀ ਬਿਨਾਂ ਗੱਲ ਤੋਂ ਦਰਵਾਜ਼ਾ ਖੋਲ੍ਹ ਕੇ ਅੰਦਰ ਆ ਗਿਆ ਤੇ ਅੰਦਰ ਆ ਕੇ ਜਦੋਂ ਉਸ ਵਿਅਕਤੀ ਨੇ ਵਿਰੋਧ ਕੀਤਾ, ਉਸ 99 ਸਾਲਾ ਬਜ਼ੁਰਗ ਨੇ ਤਾਂ ਉਹਨੇ ਉਹਦੇ ਉੱਤੇ ਹਮਲਾ ਕਰ ਦਿੱਤਾ। ਸ਼ੁਰੂ ਦੇ ਐਵੀਡੈਂਸ ਇਹ ਦੱਸ ਰਿਹਾ ਕਿ ਇਹਨਾਂ ਦੋਵਾਂ ਦਾ ਰਿਲੇਸ਼ਨ ਕੋਈ ਨਹੀਂ ਆਪਸ ਵਿੱਚ, ਨਾ ਉਹ ਬੰਦਾ ਬਜ਼ੁਰਗ ਨੂੰ ਜਾਣਦਾ ਸੀ ਤੇ ਨਾ ਉਹ ਬਜ਼ੁਰਗ ਬੰਦੇ ਨੂੰ ਜਾਣਦਾ ਸੀ। ਇੱਕ ਰੈਂਡਮ, ਟੋਟਲੀ ਪਿਓਰਲੀ ਰੈਂਡਮ ਆਈਸੋਲੇਟਡ ਇਨਸੀਡੈਂਟ ਦੱਸਿਆ ਜਾ ਰਿਹਾ, ਪੁਲਿਸ ਕਹਿ ਰਹੀ ਹੈ, ਮਤਲਬ ਜਿਹਦਾ ਪਤਾ ਹੀ ਕੋਈ ਨਹੀਂ। ਤੇ ਇਹੀ ਗੱਲ ਉਹ ਕਹਿੰਦੇ, ਪੁਲਿਸ ਕਹਿੰਦੀ ਸਭ ਤੋਂ ਵੱਧ ਚਿੰਤਾ ਵਾਲੀ ਗੱਲ ਆ, ਜੇ ਸਾਨੂੰ ਪਤਾ ਹੋਵੇ ਕਿ ਹਮਲਾ ਕਿਉਂ ਹੋਇਆ, ਉਹਦਾ ਰੀਜ਼ਨ ਪਤਾ ਹੋਵੇ ਤਾਂ ਅਸੀਂ ਕੋਈ ਨਾ ਕੋਈ ਹੱਲ ਕਰ ਸਕਦੇ ਹਾਂ। ਉਹ ਕਹਿੰਦੇ ਅਸੀਂ ਇਹ ਗੱਲ ਇਸ ਵੇਲੇ ਮੰਨਦੇ ਹਾਂ ਕਿ ਇਸ ਵੇਲੇ ਜਿਹੜੀ ਇਹ ਪਬਲਿਕ ਸੇਫਟੀ ਰਿਸਕ ਆ, ਇਸ ਵੇਲੇ ਆਪਣਾ ਬਚਾਅ ਰੱਖੋ। ਪੁਲਿਸ ਨੇ ਉਹ ਵੀਡੀਓ ਵੀ ਸ਼ੇਅਰ ਕੀਤੀ ਆ, ਫੁਟੇਜ ਉਸ ਵਿਅਕਤੀ ਦੀ ਜਿਹਨੇ ਹਮਲਾ ਕੀਤਾ ਆ। ਉਹਨੇ ਕਹਿੰਦੇ ਰੈੱਡ ਵੈਸਟ ਪਾਈ ਆ ਤੇ ਜਿਹਦੇ ਤੇ ਯੈਲੋ ਰਿਫਲੈਕਟਿਵ ਸਟ੍ਰਿਪ ਆ, ਐਕਸ ਸ਼ੇਪ ਦੇ ਪੈਟਰਨ ਦੀ ਬਣੀ ਬਲੂ ਜੀਨਸ ਆ, ਬੂਟਸ ਪਾਏ ਆ, ਡਾਰਕ ਲੌਂਗ ਸਲੀਵਡ ਸ਼ਰਟ ਆ ਤੇ ਵਾਈਟ ਹੈਟ ਆ। ਉਹ ਕਹਿੰਦੇ ਯਾਰਡ ਨੂੰ ਕ੍ਰੋਸ ਕਰ ਰਿਹਾ ਉਹ ਘਰ ਦੇ ਨੂੰ, ਤੇ ਬਾਅਦ ਦੇ ਵਿੱਚ ਉਹ ਆਪਣਾ ਹੈਟ ਲਾ ਕੇ ਵੀ ਉੱਥੋਂ ਗਿਆ। ਵਿਕਟਮ ਜਿਹਦੇ ਇਹ ਬਜ਼ੁਰਗ ਆ 99 ਸਾਲਾ, ਉਹਦੇ ਸੱਟਾਂ ਜ਼ਿਆਦਾ ਆ ਤੇ ਉਹਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ, ਅਜੇ ਵੀ ਹਸਪੀਟਲ ਦੇ ਵਿੱਚ ਆ। ਇਨਵੈਸਟੀਗੇਟਰਸ ਇਹ ਕਹਿ ਰਹੇ ਆ ਕਿ ਉਹ ਘਰ ਦੇ ਵਿੱਚ ਹੋ ਸਕਦਾ ਕਿਸੇ ਰੋਬਰੀ ਦੇ ਇਰਾਦੇ ਨਾਲ ਗਿਆ ਹੋਵੇ ਤੇ ਜਦੋਂ ਉਹਦੇ ਸਾਹਮਣੇ ਵਿਅਕਤੀ ਆ ਗਿਆ ਤਾਂ ਉਹਨੇ ਹਮਲਾ ਕਰ ਦਿੱਤਾ। ਕੁਛ ਇਹ ਵੀ ਜਿਹੜੇ ਹੈਗੇ ਆ ਕਿ ਜਿਹੜੀ ਇਹ ਵਾਇਲੈਂਸ ਆ ਇਹ ਉਹਨਾਂ ਦੇ ਰੋਕਣ ਕਰਕੇ ਹੋਈ ਹੈ। ਪੁਲਿਸ ਨੂੰ ਇਹ ਨਹੀਂ ਲੱਗਦਾ ਕਿ ਉਹ ਜਿਹੜਾ ਇਸ ਇਰਾਦੇ ਨਾਲ ਉਹ ਵਿਅਕਤੀ ਉਸ ਘਰ ਦੇ ਵਿੱਚ ਗਿਆ ਕਿ ਮੈਂ ਇਸ ਬਜ਼ੁਰਗ ਦੇ ਉੱਤੇ ਹਮਲਾ ਕਰਨਾ, ਇਸ ਤਰ੍ਹਾਂ ਦੀ ਕੋਈ ਗੱਲ ਉਹਨੂੰ ਨਹੀਂ ਲੱਗਦੀ। ਉਹ ਕਹਿੰਦੇ ਅਸੀਂ ਇਨਫੋਰਮੇਸ਼ਨ ਇਹਦੇ ਬਾਰੇ ਇਕੱਠੀ ਕਰ ਰਹੇ ਹਾਂ ਕਿ ਹੋਇਆ ਕਿਉਂ, ਤੇ ਜੇ ਕਿਸੇ ਨੂੰ ਇਸ ਘਟਨਾ ਬਾਰੇ ਕੁਝ ਪਤਾ ਹੋਵੇ ਤਾਂ ਪੁਲਿਸ ਮੰਗ ਕਰ ਰਹੀ ਹੈ, ਵੈਨਕੂਵਰ ਪੁਲਿਸ ਡਿਪਾਰਟਮੈਂਟ, ਕਿ ਤੁਸੀਂ 604 717 2541 604 717 2541 ਨੰਬਰ ਦੇ ਉੱਤੇ ਜਾਂ ਕ੍ਰਾਈਮ ਸਟੋਪਰ ਨੂੰ ਤੁਸੀਂ 180022284777 1800 222 ਤੇ ਕਾਲ ਕਰਕੇ ਦੱਸ ਸਕਦੇ ਹੋ। ਤੁਹਾਨੂੰ ਇੱਥੇ ਵੀ ਯਾਦ ਹੋਊਗਾ ਕਿ ਪਿਛਲੇ ਸੈਟਰਡੇ ਇੱਕ ਹੋਰ ਸੀਨੀਅਰ ਦੇ ਉੱਤੇ ਹਮਲਾ ਕੀਤਾ ਸੀ, ਉਹਦੇ ਹੀ ਘਰ ਦੇ ਵਿੱਚ ਬਰਨਵੀ ਦੇ ਵਿੱਚ। ਘਟਨਾਵਾਂ ਬਹੁਤ ਚਿੰਤਤ ਕਰਨ ਵਾਲੀਆਂ ਨੇ, ਪਰ ਪੁਲਿਸ ਨੂੰ ਇਹ ਲੱਗਦਾ ਕਿ ਬਰਨਵੀ ਵਾਲੀ ਉਸ ਘਟਨਾ ਜਿਹੜੀ ਸ਼ਨੀਵਾਰ ਨੂੰ ਵਾਪਰੀ ਆ ਤੇ ਇਸ ਵੈਨਕੂਵਰ ਦੇ ਵਿੱਚ ਬਜ਼ੁਰਗ ਉੱਤੇ ਹਮਲੇ ਵਾਲੀ ਘਟਨਾ ਦਾ ਆਪਸ ਵਿੱਚ ਕੋਈ ਲਿੰਕ ਅਜੇ ਤੱਕ ਨਜ਼ਰ ਨਹੀਂ ਆ ਰਿਹਾ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।